ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਦੇ ਸੋਚਿਆ ਹੈ ਕਿ ਇੱਕ ਤਾਰੀਖ ਸਿਰਫ ਇੱਕ ਦਿਨ ਇਤਿਹਾਸ ਦੇ ਪੂਰੇ 100 ਸਾਲਾਂ ਨੂੰ ਆਪਸ ਵਿੱਚ ਜੋੜ ਸਕਦਾ ਹੈ? ਖੈਰ, ਅੱਜ ਆਪਾਂ 14 ਮਾਰਚ ਦੀ ਗੱਲ ਕਰਾਂਗੇ, ਇੱਕ ਇਹੋ ਜਿਹਾ ਦਿਨ ਜੋ ਸਿੱਖ ਇਤਿਹਾਸ ਵਿੱਚ ਕੁਰਬਾਨੀ ਤੇ ਸੰਘਰਸ਼ ਦੀਆਂ ਕਹਾਣੀਆਂ ਨਾਲ ਗੂੰਜਦਾ ਹੈ। ਚਲੋ ਫਿਰ ਮਿਲ ਕੇ ਇਸ ਸਫ਼ਰ ਤੇ ਚੱਲਦੇ ਹਾਂ। ਹਾਂ, ਇਹ ਸੋਚਣ ਵਾਲੀ ਗੱਲ ਹੈ। ਆਮ ਤੌਰ ਤੇ ਤਾਂ ਇਤਿਹਾਸ ਵਿੱਚ ਕੋਈ ਇੱਕ ਦਿਨ ਕਿਸੇ ਇੱਕ ਘਟਨਾ ਲਈ ਹੀ ਮਸ਼ਹੂਰ ਹੁੰਦਾ ਹੈ, ਪਰ 14 ਮਾਰਚ ਦੀ ਕਹਾਣੀ ਉਹ ਬਿਲਕੁਲ ਵੱਖਰੀ ਹੈ। ਇਹ ਸਾਨੂੰ ਸੋਚਣ ਤੇ ਮਜਬੂਰ ਕਰਦੀ ਹੈ ਕਿ ਆਖਿਰ ਇੱਕ ਤਾਰੀਖ ਕਿਵੇਂ ਵੱਖ-ਵੱਖ ਪੀੜ੍ਹੀਆਂ ਦੇ ਸੰਘਰਸ਼ਾਂ ਨੂੰ ਇੱਕੋ ਤਾਗੇ ਵਿੱਚ ਪਰੋ ਸਕਦੀ ਹੈ। ਇਸ ਸਵਾਲ ਦਾ ਜਵਾਬ 14 ਮਾਰਚ ਨੂੰ ਵਾਪਰੀਆਂ 4 ਵੱਡੀਆਂ ਘਟਨਾਵਾਂ ਵਿੱਚ ਛੁਪਿਆ ਹੋਇਆ ਹੈ। ਭਾਵੇਂ ਇਹ ਘਟਨਾਵਾਂ ਵੱਖ-ਵੱਖ ਸਮਿਆਂ ਤੇ ਹੋਈਆਂ, ਪਰ ਜਦੋਂ ਇਹਨਾਂ ਨੂੰ ਇਕੱਠੇ ਦੇਖਦੇ ਹਾਂ ਤਾਂ ਕੁਰਬਾਨੀ ਅਤੇ ਸੰਘਰਸ਼ ਦੀ ਇੱਕ ਬਹੁਤ ਹੀ ਸ਼ਕਤੀਸ਼ਾਲੀ ਵਿਰਾਸਤ ਸਾਹਮਣੇ ਆਉਂਦੀ ਹੈ। ਤਾਂ ਚਲੋ ਆਪਣਾ ਸਫ਼ਰ ਸ਼ੁਰੂ ਕਰਦੇ ਹਾਂ ਅੱਜ ਤੋਂ ਤਕਰੀਬਨ 2 ਸਦੀਆਂ ਪਿੱਛੇ, ਸਾਲ 1822 ਵਿੱਚ। ਜਗ੍ਹਾ ਹੈ ਨੌਸ਼ਹਿਰਾ ਦਾ ਮੈਦਾਨ-ਏ-ਜੰਗ। ਇੱਥੇ ਹੀ 14 ਮਾਰਚ ਦੀ ਇਸ ਲੰਬੀ ਕਹਾਣੀ ਦਾ ਪਹਿਲਾ ਪੰਨਾ ਲਿਖਿਆ ਗਿਆ ਸੀ। 14 ਮਾਰਚ 1822 ਨੌਸ਼ਹਿਰਾ ਦੀ ਇਸ ਇਤਿਹਾਸਿਕ ਲੜਾਈ 'ਚ ਸਿੱਖ ਰਾਜ ਦੇ ਮਹਾਨ ਜਰਨੈਲ ਅਕਾਲੀ ਫੂਲਾ ਸਿੰਘ ਜੀ ਸ਼ਹੀਦੀ ਪਾ ਗਏ। ਉਨ੍ਹਾਂ ਦੀ ਕੁਰਬਾਨੀ ਨੇ ਇਸ ਦਿਨ ਨੂੰ ਸਿੱਖ ਇਤਿਹਾਸ ਵਿੱਚ ਹਮੇਸ਼ਾ ਲਈ ਸੂਰਵੀਰਤਾ ਤੇ ਬਲੀਦਾਨ ਦਾ ਪ੍ਰਤੀਕ ਬਣਾ ਦਿੱਤਾ। ਪਰ ਕਹਾਣੀ ਇੱਥੇ ਰੁਕਦੀ ਨਹੀਂ। ਹੁਣ ਜ਼ਰਾ ਸਮੇਂ ਵਿੱਚ ਠੀਕ 100 ਸਾਲ ਅੱਗੇ ਆ ਜਾਓ। 14 ਮਾਰਚ ਦੀ ਤਾਰੀਖ ਇੱਕ ਵਾਰ ਫਿਰ ਇਤਿਹਾਸ ਤੇ ਦਸਤਕ ਦੇ ਰਹੀ ਸੀ, ਪਰ ਇਸ ਵਾਰ ਸੰਘਰਸ਼ ਬਿਲਕੁਲ ਨਵਾਂ ਸੀ ਤੇ ਦੁਸ਼ਮਣ ਵੀ ਨਵਾਂ ਸੀ। 20ਵੀਂ ਸਦੀ ਦੇ ਸ਼ੁਰੂ ਵਿੱਚ 14 ਮਾਰਚ ਦੀ ਕਹਾਣੀ ਇੱਕ ਨਵਾਂ ਹੀ ਮੋੜ ਲੈਂਦੀ ਹੈ। ਇਸ ਵਾਰ ਲੜਾਈ ਦਾ ਮੈਦਾਨ ਬਦਲ ਚੁੱਕਾ ਸੀ ਅਤੇ ਇਸ ਨਵੇਂ ਸੰਘਰਸ਼ ਦਾ ਨਾਂ ਸੀ ਬੱਬਰ ਅਕਾਲੀ ਲਹਿਰ। 1920 ਦੇ ਦਹਾਕੇ ਵਿੱਚ 14 ਮਾਰਚ ਨੂੰ ਲਗਾਤਾਰ ਘਟਨਾਵਾਂ ਦਾ ਇੱਕ ਸਿਲਸਿਲਾ ਚੱਲ ਪਿਆ। ਮਤਲਬ ਕਿ ਲਗਾਤਾਰ 3 ਸਾਲ ਇਸੇ ਦਿਨ ਕੁਝ ਨਾ ਕੁਝ ਵੱਡਾ ਵਾਪਰਿਆ। 1922 ਵਿੱਚ ਇੱਕ ਭਾਸ਼ਣ ਨੇ ਅੱਗ ਲਾ ਦਿੱਤੀ, 1923 ਵਿੱਚ ਇੱਕ ਧੋਖਾ ਹੋਇਆ ਅਤੇ 1924 ਵਿੱਚ ਇੱਕ ਵੱਡੀ ਕਾਰਵਾਈ ਨੇ ਪੂਰੀ ਲਹਿਰ ਨੂੰ ਹਿਲਾ ਕੇ ਰੱਖ ਦਿੱਤਾ। ਅਤੇ ਇਸ ਪੂਰੇ ਸੰਘਰਸ਼ ਦੇ ਕੇਂਦਰ ਵਿੱਚ ਇੱਕ ਨਾਮ ਗੂੰਜ ਰਿਹਾ ਸੀ, ਕਿਸ਼ਨ ਸਿੰਘ ਗੜਗੱਜ। ਉਹ ਸਿਰਫ ਇੱਕ ਆਗੂ ਨਹੀਂ ਸਨ, ਸਗੋਂ ਬੱਬਰ ਅਕਾਲੀ ਲਹਿਰ ਦੀ ਰੂਹ ਸਨ। ਉਨ੍ਹਾਂ ਦੀ ਆਵਾਜ਼ ਵਿੱਚ ਉਹ ਦਮ ਸੀ ਜਿਸ ਨੇ ਹਜ਼ਾਰਾਂ ਲੋਕਾਂ ਨੂੰ ਆਪਣੇ ਨਾਲ ਜੋੜ ਲਿਆ। ਤਾਂ ਸਵਾਲ ਉੱਠਦਾ ਹੈ ਕਿ ਇਹ ਬੱਬਰ ਅਕਾਲੀ ਲਹਿਰ ਸੀ ਕੀ? ਦੇਖੋ, ਇਸ ਨੂੰ ਇਸ ਤਰ੍ਹਾਂ ਸਮਝੋ। 1920 ਦੇ ਦਹਾਕੇ ਵਿੱਚ ਇਹ ਉਹ ਕ੍ਰਾਂਤੀਕਾਰੀ ਸਨ ਜਿਹੜੇ ਬ੍ਰਿਟਿਸ਼ ਰਾਜ ਨੂੰ ਸਿੱਧੀ ਟੱਕਰ ਦੇਣ ਵਿੱਚ ਯਕੀਨ ਰੱਖਦੇ ਸਨ। ਜਿਹੜੀ ਮੁੱਖ ਅਕਾਲੀ ਲਹਿਰ ਸੀ ਉਹ ਥੋੜੀ ਸ਼ਾਂਤਮਈ ਸੀ, ਪਰ ਬੱਬਰਾਂ ਦਾ ਤਰੀਕਾ ਵੱਖਰਾ ਸੀ, ਬਿਲਕੁਲ ਵੱਖਰਾ। ਇਸ ਲਈ ਉਨ੍ਹਾਂ ਨੇ ਆਪਣਾ ਅਲੱਗ ਹੀ ਰਾਹ ਫੜ ਲਿਆ। ਗੱਲ ਅੱਗੇ ਵਧਦੀ ਹੈ 14 ਮਾਰਚ 1922 ਨੂੰ ਹੋਲੇ ਮਹੱਲੇ ਦੇ ਮੌਕੇ ਤੇ। ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਕਿਸ਼ਨ ਸਿੰਘ ਗੜਗੱਜ ਨੇ ਇੱਕ ਅਜਿਹਾ ਭਾਸ਼ਣ ਦਿੱਤਾ ਜੋ ਸਿਰਫ ਸ਼ਬਦ ਨਹੀਂ, ਸਗੋਂ ਇੱਕ ਚੰਗਿਆੜੀ ਸਾਬਤ ਹੋਇਆ। ਇਸ ਭਾਸ਼ਣ ਨੇ ਹੀ ਬ੍ਰਿਟਿਸ਼ ਹਕੂਮਤ ਦੇ ਖਿਲਾਫ ਇੱਕ ਨਵੀਂ ਲਹਿਰ ਦੀ ਨੀਂਹ ਰੱਖੀ। ਫਿਰ ਠੀਕ 1 ਸਾਲ ਬਾਅਦ 14 ਮਾਰਚ 1923 ਨੂੰ ਕਹਾਣੀ ਵਿੱਚ ਧੋਖੇ ਦਾ ਇੱਕ ਕਾਲਾ ਪੰਨਾ ਜੁੜ ਗਿਆ। ਬੱਬਰ ਅਕਾਲੀਆਂ ਨੇ ਲਾਭ ਸਿੰਘ ਢੱਡਾ ਨਾਂ ਦੇ ਇੱਕ ਮੁਖਬਰ ਤੇ ਹਮਲਾ ਕੀਤਾ। ਇਹ ਉਹੀ ਬੰਦਾ ਸੀ ਜਿਸ ਨੇ ਉਨ੍ਹਾਂ ਦੇ ਆਪਣੇ ਆਗੂ ਕਿਸ਼ਨ ਸਿੰਘ ਗੜਗੱਜ ਨੂੰ ਗ੍ਰਿਫਤਾਰ ਕਰਵਾਇਆ ਸੀ। ਭਾਵੇਂ ਇਹ ਕੋਸ਼ਿਸ਼ ਨਾਕਾਮ ਰਹੀ, ਪਰ ਇਸਨੇ ਇਹ ਜ਼ਰੂਰ ਦੱਸ ਦਿੱਤਾ ਕਿ ਦੁਸ਼ਮਣ ਸਿਰਫ ਬਾਹਰ ਹੀ ਨਹੀਂ, ਸਗੋਂ ਆਪਣੇ ਅੰਦਰ ਵੀ ਸਨ। ਅਤੇ ਫਿਰ ਆਇਆ 14 ਮਾਰਚ 1924, ਜਦੋਂ ਬ੍ਰਿਟਿਸ਼ ਹਕੂਮਤ ਨੇ ਇੱਕ ਕਰਾਰਾ ਜਵਾਬ ਦਿੱਤਾ। ਇੰਦਰ ਸਿੰਘ ਦੀ ਅਗਵਾਈ ਵਿੱਚ 500 ਸਿੱਖਾਂ ਦੇ ਇੱਕ ਜਥੇ ਨੂੰ ਗੰਗਸਰ ਜੈਤੋ ਵਿੱਚ ਗ੍ਰਿਫਤਾਰ ਕਰ ਲਿਆ ਗਿਆ। ਇਹ ਸਿਰਫ ਗ੍ਰਿਫਤਾਰੀਆਂ ਨਹੀਂ ਸਨ, ਇਹ ਤਾਂ ਬੱਬਰ ਅਕਾਲੀ ਲਹਿਰ ਦੀ ਰੀੜ੍ਹ ਦੀ ਹੱਡੀ ਤੋੜਨ ਦੀ ਇੱਕ ਸੋਚੀ ਸਮਝੀ ਕੋਸ਼ਿਸ਼ ਸੀ। ਤਾਂ ਫਿਰ ਆਓ ਹੁਣ ਇਹਨਾਂ ਸਾਰੀਆਂ ਘਟਨਾਵਾਂ ਨੂੰ ਜੋੜ ਕੇ ਦੇਖੀਏ। ਨੌਸ਼ਹਿਰਾ ਦੀ ਜੰਗ ਤੋਂ ਲੈ ਕੇ ਬੱਬਰ ਅਕਾਲੀਆਂ ਦੇ ਸੰਘਰਸ਼ ਤੱਕ, 1822 ਤੋਂ ਲੈ ਕੇ 1924 ਤੱਕ, ਸਾਨੂੰ ਇੱਕ ਸਦੀ ਵਿੱਚ ਫੈਲਿਆ ਹੋਇਆ ਇੱਕ ਸਾਂਝਾ ਧਾਗਾ ਸਾਫ਼ ਨਜ਼ਰ ਆਉਂਦਾ ਹੈ। ਇਹ ਧਾਗਾ ਹੈ ਕੁਰਬਾਨੀ ਦਾ, ਸੰਘਰਸ਼ ਦਾ ਅਤੇ ਇੱਕ ਕੌਮ ਦੇ ਅਣਖੀਲੇ ਜਜ਼ਬੇ ਦਾ। ਤਾਂ ਇੱਕ ਵਾਰ ਫਿਰ ਤੋਂ 14 ਮਾਰਚ ਦੀ ਕਹਾਣੀ ਤੇ ਨਜ਼ਰ ਮਾਰੀਏ। 1822 ਵਿੱਚ ਇੱਕ ਮਹਾਨ ਜਰਨੈਲ ਦੀ ਸ਼ਹਾਦਤ। ਠੀਕ 100 ਸਾਲ ਬਾਅਦ 1922 ਵਿੱਚ ਇੱਕ ਭਾਸ਼ਣ ਜੋ ਕ੍ਰਾਂਤੀ ਸ਼ੁਰੂ ਕਰਦਾ ਹੈ। 1923 ਵਿੱਚ ਧੋਖੇ ਅਤੇ ਬਦਲੇ ਦੀ ਇੱਕ ਕੋਸ਼ਿਸ਼ ਅਤੇ ਆਖਿਰ ਵਿੱਚ 1924 ਵਿੱਚ ਹਕੂਮਤ ਵੱਲੋਂ ਇੱਕ ਵੱਡੀ ਕਾਰਵਾਈ। ਦੇਖੋ, ਇੱਕੋ ਤਾਰੀਖ ਪਰ 4 ਵੱਖ-ਵੱਖ ਘਟਨਾਵਾਂ ਪੂਰੀ ਇੱਕ ਸਦੀ ਦੀ ਕਹਾਣੀ ਬਿਆਨ ਕਰਦੀਆਂ ਹਨ।
ਇਸ ਲਈ ਜੇ ਵੱਡੀ ਤਸਵੀਰ ਦੇਖੀਏ ਤਾਂ ਭਾਵੇਂ ਉਹ ਮੈਦਾਨੇ ਜੰਗ ਵਿੱਚ ਤਲਵਾਰਾਂ ਦਾ ਸੰਘਰਸ਼ ਹੋਵੇ ਜਾਂ ਬ੍ਰਿਟਿਸ਼ ਸਾਮਰਾਜ ਦੇ ਖਿਲਾਫ ਸਿਆਸੀ ਵਿਰੋਧ, 14 ਮਾਰਚ ਦੀ ਤਾਰੀਖ ਸਾਨੂੰ ਯਾਦ ਦਿਲਾਉਂਦੀ ਹੈ ਕਿ ਸਿੱਖ ਕੌਮ ਨੇ ਹਮੇਸ਼ਾ ਜ਼ੁਲਮ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਹੈ। ਇਹ ਦਿਨ ਕੁਰਬਾਨੀ ਅਤੇ ਗੈਰਤ ਦਾ ਪ੍ਰਤੀਕ ਹੈ। ਤੇ ਇਹ ਗੱਲ ਸਾਨੂੰ ਸੋਚਣ ਤੇ ਮਜਬੂਰ ਕਰਦੀ ਹੈ। ਸਾਡੇ ਕੈਲੰਡਰ ਦੀ ਹਰ ਤਾਰੀਖ ਪਿੱਛੇ ਪਤਾ ਨਹੀਂ ਅਜਿਹੀਆਂ ਕਿੰਨੀਆਂ ਹੀ ਕਹਾਣੀਆਂ ਲੁਕੀਆਂ ਹੋਣਗੀਆਂ। 14 ਮਾਰਚ ਤਾਂ ਸਿਰਫ ਇੱਕ ਮਿਸਾਲ ਹੈ। ਸੋਚੋ ਹੋਰ ਕਿਹੜੇ ਦਿਨ ਹਨ ਜਿਨ੍ਹਾਂ ਦੇ ਰਾਜ਼ ਅਸੀਂ ਅਜੇ ਤੱਕ ਜਾਣਦੇ ਹੀ ਨਹੀਂ।